Hello students, welcome to the lecture series of Management Information System. So while proceeding today, we will discuss the various elements under the Management Information System. These are the elements of Management Information System. First one is hardware, second one is software, then processor, databases and application programs, people, telecommunication and network. ਇਹ ਜੋ ਆਪਾਂ ਐਲੀਮੈਂਟਸ ਡਿਸਕਸ ਕੀਤੇ ਹੈਗੇ ਨੇ MIS ਦੇ ਐਲੀਮੈਂਟਸ ਨੂੰ ਆਪਾਂ ਇਕੱਲੇ ਬਾਰੇ ਡਿਸਕਸ ਕਰਾਂਗੇ। ਇੱਕ ਹਾਰਡਵੇਅਰ ਕਿਵੇਂ ਐਲੀਮੈਂਟਸ ਹੋਇਆ ਇੱਕ MIS ਦਾ। ਹੁਣ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਇੱਕ ਆਰਗੇਨਾਈਜੇਸ਼ਨ ਦੀ ਗਰੋਥ ਲਈ ਵਾਈਟਲ ਰੋਲ ਪਲੇ ਕਰਦਾ। ਉੱਥੇ ਹੁਣ ਹਾਰਡਵੇਅਰ ਦੀ ਗੱਲ ਕੀ ਹੈ ਵੀ ਉੱਥੇ ਹਾਰਡਵੇਅਰ ਕੰਪਿਊਟਰ ਕਿਸ ਜਨਰੇਸ਼ਨ ਦੇ ਯੂਜ਼ ਹੋ ਰਹੇ ਆ। ਵੈਸੇ ਤਾਂ ਟੈਕਨੀਕਲ ਤਾਂ ਵੈਸੇ ਗੱਲ ਕਰੀਏ ਹਾਰਡਵੇਅਰ ਜਸਟ ਇੱਕ ਕੰਪਿਊਟਰ ਨੂੰ ਲੈ ਕੇ ਵਰਡ ਵੀ ਕੰਪਿਊਟਰ ਨੇ, ਪ੍ਰਿੰਟਰ ਨੇ, ਸਕਰੀਨਸ ਨੇ, ਡੈਸ਼ਬੋਰਡਸ ਲਈ ਡਿਸਪਲੇਜ਼ ਨੇ ਵਗੈਰਾ ਵਗੈਰਾ। ਬਟ ਆਪਾਂ ਫਰੋਮ ਟੈਕਨੀਕਲ ਪੁਆਇੰਟ ਆਫ ਵਿਊ ਆਪਾਂ ਇਹ ਡਿਸਕਸ ਕਰਾਂਗੇ ਕਿ ਔਨਗੋਇੰਗ ਪ੍ਰੋਜੈਕਟਸ ਲਈ ਕਿਸ ਤਰ੍ਹਾਂ ਦਾ ਹਾਰਡਵੇਅਰ ਯੂਜ਼ ਹੋ ਰਿਹਾ ਹੈ, ਕਿ ਉਹ ਔਨਗੋਇੰਗ ਜਿਹੜੀਆਂ ਸੌਫਟਵੇਅਰ ਨੀਡਸ ਨੇ ਉਹਨਾਂ ਦੀ ਕੰਪੈਟੇਬਿਲਿਟੀ ਨੂੰ ਲੈ ਕੇ ਅਪ ਟੂ ਡੇਟ ਹੈ ਨਹੀਂ ਹੈ, ਕਿਵੇਂ ਹੈ, ਅੱਜ ਦੀ ਡੇਟ ਦਾ ਹੈ, ਜਾਂ ਫਿਰ ਅਗਰ ਇੱਕ ਸੌਫਟਵੇਅਰ ਜਿਸ ਦੀ ਡਿਵੈਲਪਮੈਂਟ ਚੱਲ ਰਹੀ ਹੈ, ਠੀਕ ਹੈ, ਉਹ ਅਗਰ ਜ਼ਰੂਰੀ ਨਹੀਂ ਹੁੰਦਾ ਵੀ ਸੌਫਟਵੇਅਰ ਇੱਕੋ ਦਿਨਾਂ 'ਚ ਬਣ ਕੇ ਤਿਆਰ ਹੋ ਜਾਂਦਾ, ਹਫ਼ਤੇ 10 ਦਿਨਾਂ 'ਚ। ਜਾਂ ਕਈ ਸੌਫਟਵੇਅਰ ਨੂੰ ਉਹਨਾਂ ਦੀ ਡਿਵੈਲਪਮੈਂਟ ਲਈ ਡਿਊਰਿੰਗ ਅੰਡਰ SDLC ਫੇਜ਼ ਉਹਨਾਂ ਨੂੰ 2-3 ਸਾਲ ਲੱਗ ਜਾਂਦੇ ਆ। ਕਿ ਜਿਹੜਾ ਉਹ ਹਾਰਡਵੇਅਰ ਉਸ ਸੌਫਟਵੇਅਰ ਨੂੰ ਡਿਵੈਲਪ ਕਰਨ ਲਈ ਅਲਾਟ ਕੀਤਾ ਗਿਆ ਕਿ ਉਸ ਦੀ ਇੰਨੀ ਵੈਲਿਡਿਟੀ ਹੈ ਕਿ ਕੱਲ੍ਹ ਨੂੰ ਜਦੋਂ ਉਹ ਸੌਫਟਵੇਅਰ ਤੱਕ ਸੌਫਟਵੇਅਰ ਬਿਲਡਅਪ ਹੋਣ ਤੱਕ ਉਹਦੀ ਮਾਰਕੀਟ ਵੈਲਿਊ ਰਹੂਗੀ ਹਾਰਡਵੇਅਰ ਦੀ ਕਿ ਨਹੀਂ, ਹੈ ਨਾ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰ ਰਹੇ ਹਾਂ ਸੌਫਟਵੇਅਰ ਦੀ। ਕਿਹੜਾ ਸੌਫਟਵੇਅਰ ਯੂਜ਼ ਹੋ ਰਿਹਾ ਹੈ, ਕਿਹੜੇ ਸਬਰੂਟੀਨਸ ਯੂਜ਼ ਹੋ ਰਹੇ ਹੈ ਉਸ MIS ਦੇ ਅੰਡਰ ਜਾਂ ਉਸ ਆਰਗੇਨਾਈਜੇਸ਼ਨ ਦੇ ਅੰਡਰ, ਕਿਹੜੇ ਟੂਲਸ 'ਤੇ ਕੰਮ ਕਰ ਰਿਹਾ। ਕਿਉਂਕਿ ਅਗਰ MIS ਨੇ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਹੈ, ਬੇਸਿਕ ਆਬਜੈਕਟਿਵ ਹੈ MIS ਦਾ ਕਿ ਉਹਨਾਂ ਨੇ ਇੱਕ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਹੈ ਮੈਨੇਜਮੈਂਟ ਨੂੰ ਡਿਸੀਜ਼ਨ ਮੇਕਿੰਗ ਲਈ। ਜਿਵੇਂ ਵੀ ਆਪਾਂ ਪਿਛਲੇ ਲੈਕਚਰ ਵਿੱਚ ਪੜ੍ਹ ਚੁੱਕੇ ਹਾਂ। ਹੁਣ ਇੱਥੇ ਕੀ ਹੈ ਕਿ ਉਹ ਜਿਹੜੀ ਇਨਫੋਰਮੇਸ਼ਨ ਹੈ, ਠੀਕ ਹੈ, ਉਹ ਅਲੱਗ-ਅਲੱਗ ਟੂਲਸ ਥਰੂ ਆਪਾਂ ਅਲੱਗ-ਅਲੱਗ ਰਿਸੋਰਸਿਸ ਤੋਂ ਆਪਾਂ ਐਕਸਟਰੈਕਟ ਕਰਨੀ ਹੈ। ਉਸ ਨੂੰ ਪਹਿਲਾਂ ਐਕਸਟਰੈਕਟ ਕਰਨਾ, ਫਿਰ ਆਪਾਂ ਕੋਈ ਪਰਟੀਕੂਲਰ ਪ੍ਰੋਸੀਜਰਸ ਨੂੰ ਟਰਾਂਸਫਾਰਮ ਕਰਨਾ, ਦੈਨ ਲੋਡ ਕਰਨਾ, ਦੈਨ ਆਪਾਂ ਡਿਸਮੀਨੇਟ ਕਰਨਾ ਕਿ ਉਹ ਉਸ ਆਰਗੇਨਾਈਜੇਸ਼ਨ ਦੇ ਵਿੱਚ ਜਿੱਥੇ ਉਹ ਯੂਜ਼ ਹੋ ਸਕੇ। ਬਸ ਆਪਾਂ ਇੱਕ ਗੱਲ ਦਾ ਧਿਆਨ ਰੱਖਣਾ ਕਿ ਇਨਫੋਰਮੇਸ਼ਨ ਜਦੋਂ ਰਿਟਰਾਈਵ ਹੋਣੀ ਹੈ ਤਾਂ ਉੱਥੇ ਇਹ ਚੀਜ਼ ਦਾ ਚੈੱਕ ਹੋਵੇ ਕਿ ਇਨਫੋਰਮੇਸ਼ਨ ਦੀ ਡੁਪਲੀਕੇਸੀ ਅਤੇ ਰੀਡੰਡੈਂਸੀ ਨਹੀਂ ਹੋਣੀ ਚਾਹੀਦੀ। ਮਤਲਬ ਇੱਕ ਇਨਫੋਰਮੇਸ਼ਨ ਐਕੂਰੇਟ ਫਾਰਮ ਦੇ ਵਿੱਚ ਹਰੇਕ ਜਗ੍ਹਾ 'ਤੇ ਚਾਹੀਦਾ, ਕਿਉਂਕਿ ਉੱਥੇ ਜਿਹੜਾ ਆਪਣਾ ਡੇਟਾਬੇਸ ਆ ਉਹ ਸੈਂਟਰਲਾਈਜ਼ ਕੰਟਰੋਲ ਹੁੰਦਾ, ਠੀਕ ਹੈ ਜੀ। ਨੈਕਸਟ ਹੈਗਾ ਪ੍ਰੋਸੀਜਰ। ਪ੍ਰੋਸੀਜਰ ਦੇ ਲਈ ਇੱਕ ਵੈਸੇ ਗੱਲ ਹੈਗੀ ਹੈ ਕਿ ਪ੍ਰੋਸੀਜਰ ਆਰ ਟੂ ਪੀਪਲ ਵਟ ਸੌਫਟਵੇਅਰ ਇਜ਼ ਟੂ ਦਾ ਹਾਰਡਵੇਅਰ। ਜਿਵੇਂ ਕਿ ਇੱਕ ਸੌਫਟਵੇਅਰ ਹਾਰਡਵੇਅਰ ਦੇ ਲਈ ਰੋਲ ਅਦਾ ਕਰਦਾ, ਐਵੇਂ ਹੀ ਪ੍ਰੋਸੀਜਰ ਪੀਪਲ ਲਈ ਹੁੰਦਾ, ਠੀਕ ਹੈ ਜੀ। ਵਿਦਾਊਟ ਪ੍ਰੋਸੀਜਰ ਆਪਾਂ ਕੋਈ ਕੰਮ ਨਹੀਂ ਕਰ ਸਕਦੇ। ਜਿਵੇਂ ਕਿ ਹਾਰਡਵੇਅਰ ਵਿਦਾਊਟ ਸੌਫਟਵੇਅਰ, ਹਾਰਡਵੇਅਰ ਇਜ਼ ਨਥਿੰਗ, ਜਸਟ ਕਾਈਂਡ ਆਫ ਪੀਸ ਆਫ ਆਇਰਨ। fine, that's why procedures are to people ਵੀ ਉਹ ਪ੍ਰੋਸੀਜਰਸ ਕਿਵੇਂ ਯੂਜ਼ ਹੋਣਾ ਹੈ, ਉਹ ਸੌਫਟਵੇਅਰ ਨੂੰ ਕਿਵੇਂ ਹਾਰਡਵੇਅਰ ਨਾਲ ਸਾਰੀ ਕਨੈਕਟੀਵਿਟੀ, ਸਾਰਾ ਦਾ ਯੂਜ਼ਸ ਕਿਵੇਂ ਹੈ, ਡਿਫਰੈਂਟ ਕਾਈਂਡ ਆਫ ਐਲਗੋਰਿਦਮਸ, ਡਿਫਰੈਂਟ ਕਾਈਂਡਸ ਆਫ ਐਪਲੀਕੇਸ਼ਨ ਪ੍ਰੋਗਰਾਮਸ ਵਗੈਰਾ ਵਗੈਰਾ। ਨੈਕਸਟ ਆਪਣਾ ਹੈ ਕਿ ਡੇਟਾਬੇਸ ਜਿਵੇਂ ਆਪਾਂ ਗੱਲ ਕਰ ਹੀ ਚੁੱਕੇ ਹਾਂ ਕਿ ਇਨਫੋਰਮੇਸ਼ਨ ਦੀ ਰੀਡੰਡੈਂਸੀ ਨਾ ਹੋਵੇ ਜਾਂ ਉਹਦੀ ਐਕੂਰੇਸੀ ਹੋਵੇ, ਡੁਪਲੀਕੇਸੀ ਨਾ ਹੋਵੇ, ਤਾਂ ਜੋ ਆਪਣੇ ਕੋਲ ਸੈਂਟਰਲਾਈਜ਼ ਡੇਟਾਬੇਸਿਸ ਚਾਹੀਦੇ ਨੇ। ਅਗਰ ਆਪਾਂ ਪਹਿਲਾਂ ਗੱਲ ਕੀਤੀ ਸੀ ਵੀ ਸਿਸਟਮ ਨੂੰ ਆਪਾਂ ਸਬ ਸਿਸਟਮ ਦੇ ਵਿੱਚ ਡਿਵਾਈਡ ਕੀਤਾ ਹੁੰਦਾ, ਅਗਰ ਸਬ ਸਿਸਟਮ ਵੀ ਹੈਗੇ ਨੇ ਤਾਂ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਜਿਹੜਾ ਉਹਨਾਂ ਦਾ ਡੇਟਾਬੇਸ ਉਹ ਸੈਂਟਰਲਾਈਜ਼ਡ ਹੋਣਾ ਚਾਹੀਦਾ। ਐਂਡ ਵੇਰੀਅਸ ਐਪਲੀਕੇਸ਼ਨ ਪ੍ਰੋਗਰਾਮ ਦਾ ਇਹਦਾ ਇੱਥੇ ਮਤਲਬ ਇਹ ਹੈ ਕਿ ਕਿਹੜੇ ਟੂਲਸ ਆਪਾਂ ਯੂਜ਼ ਕਰ ਰਹੇ ਹਾਂ ਉਸ ਨੂੰ। ਕੋਈ ਆਪਾਂ ਫੋਰ ਐਗਜ਼ਾਮਪਲ ਕੋਈ ਐਨਾਲਿਟਿਕ ਵਰਕ ਸਪੇਸ ਮੈਨੇਜਰ ਇੱਕ ਟੂਲ ਹੈ ਜਿਸ ਦੇ ਨਾਲ ਆਪਾਂ ਡੈਸ਼ਬੋਰਡ ਕ੍ਰੀਏਟ ਕਰਦੇ ਹਾਂ, ਜਿਹੜੇ ਟੌਪ ਲੈਵਲ ਮੈਨੇਜਮੈਂਟ ਲਈ ਡਿਸੀਜ਼ਨ ਮੇਕਿੰਗ ਲਈ ਯੂਜ਼ ਹੁੰਦੇ ਨੇ। Oracle Lab 11G ਹੈ, ਟੂਲ ਨੇ, ਡੇਟਾਬੇਸ ਟੂਲ ਨੇ ਜਿਸ ਦੇ ਨਾਲ ਜਿਹੜੀ ਆਪਣੀ ਲੋ ਲੈਵਲ ਮੈਨੇਜਮੈਂਟ ਹੈ
ਆਪਰੇਸ਼ਨਲ ਮੈਨੇਜਮੈਂਟ ਹੈ ਉਹ ਡੇਲੀ ਦੇ ਟ੍ਰਾਂਜੈਕਸ਼ਨ ਪਰਫਾਰਮ ਕਰਦੀ ਹੈ। ਤੇ ਪੀਪਲ ਨੈਕਸਟ ਜਿਹੜਾ ਆਪਣਾ ਐਲੀਮੈਂਟ ਹੈਗਾ ਪੀਪਲ, ਉਹ ਪੀਪਲ ਦੇ ਵਿੱਚ ਕੋਈ ਵੀ ਪਰਸਨ ਹੋ ਸਕਦਾ, ਕੋਈ ਵੀ ਯੂਜ਼ਰ ਹੋ ਸਕਦਾ ਹੈ, ਉਸਨੂੰ ਕੀ ਅਸੈਸ ਮਿਲਿਆ, ਕਿੰਨਾ ਮਿਲਿਆ, ਕਿੱਥੇ ਤੱਕ ਉਹਨੇ ਡੇਟਾਬੇਸ ਨੂੰ ਅਸੈਸ ਕਰਨਾ ਹੈ, ਉਹ ਸਾਰਾ ਉਹਦੇ ਵਿੱਚ ਆਉਂਦਾ। ਉਸ ਤੋਂ ਬਾਅਦ ਆਪਣਾ ਲਾਸਟ ਹੈਗਾ ਟੈਲੀਕਮਿਊਨੀਕੇਸ਼ਨ ਐਂਡ ਨੈਟਵਰਕ। ਹੁਣ ਇੱਥੇ ਕੀ ਹੈ ਕਿ ਜਿਹੜਾ ਹਾਰਡਵੇਅਰ ਹੈ, ਸੌਫਟਵੇਅਰ ਹੈ, ਉਹ ਅੱਗੇ ਆਪਾਂ ਜਿਵੇਂ ਗੱਲ ਕੀਤੀ ਹੈ ਕੋਈ ਡਿਫਰੈਂਟ ਸਬ ਸਿਸਟਮ ਦੇ ਵਿੱਚ ਡਿਵਾਈਡ ਹੋਇਆ ਪਿਆ, ਬਟ ਆਪਾਂ ਉਹਨਾਂ ਨੂੰ ਕੀ ਕਰਨਾ, ਆਪਸ ਦੇ ਵਿੱਚ ਕਮਿਊਨੀਕੇਸ਼ਨ ਪ੍ਰੋਵਾਈਡ ਕਰਨ ਲਈ ਆਪਾਂ ਉਸਨੂੰ ਇੱਕ ਨੈਟਵਰਕ ਫਾਰਮ ਦੇ ਵਿੱਚ ਲੈ ਕੇ ਆਉਣਾ। ਇੱਥੇ ਟੈਲੀਕਮਿਊਨੀਕੇਸ਼ਨ ਅਤੇ ਨੈਟਵਰਕ ਦਾ ਇੱਕ ਬਹੁਤ ਇੰਪੋਰਟੈਂਟ ਰੋਲ ਹੈ ਕਿ ਉਸ ਨੂੰ ਇੱਕ ਸਰਕਲ ਦੇ ਰੂਪ ਦੇ ਵਿੱਚ, ਇੱਕ ਸਰਕਲ ਦੇ ਰੂਪ ਦੇ ਵਿੱਚ ਕਹਿ ਦਈਏ, ਇੱਕ ਕੰਬਾਈਨਡ ਯੂਨਿਟ ਦੇ ਰੂਪ ਦੇ ਵਿੱਚ ਉਸਨੂੰ ਉਹ ਇੱਕ ਫਾਰਮ ਕਰਕੇ ਰੱਖਦਾ, ਇੱਕ ਨੈਟਵਰਕ ਉਸਦਾ ਬਣਾ ਕੇ ਰੱਖਦਾ, ਤਾਂ ਜੋ ਉਸਨੂੰ ਪ੍ਰੋਪਰਲੀ ਯੂਜ਼ ਕਰ ਸਕੀਏ ਆਪਾਂ। ਇੱਕ ਆਪਾਂ ਨੂੰ ਲੱਗੇ ਕਿ ਹਾਂ ਇੱਕ ਸਿਸਟਮ ਇੱਕ ਵੈਲ ਔਰਗੇਨਾਈਜ਼ਡ ਤਰੀਕੇ ਨਾਲ ਚੱਲ ਰਿਹਾ ਹੈਗਾ। ਸੋ ਇਹ ਸੀਗੇ ਆਪਣੇ ਐਲੀਮੈਂਟਸ MIS ਦੇ, ਹਾਰਡਵੇਅਰ, ਸੌਫਟਵੇਅਰ, ਪ੍ਰੋਸੀਜਰ, databases and application program, people and telecommunication and network. Thank you all.